ਡਾਕਟਰ ਸਾਹਿਬ ਤੁਸੀਂ ਕਿੱਦਾਂ ਦੇਖਦੇ ਹੋ ਇਹਨਾਂ ਖੇਤੀ ਕਾਨੂੰਨਾਂ ਨੂੰ? ਕਿਸਾਨ ਜਿਹੜੇ ਨੇ ਲਗਾਤਾਰ ਸੰਘਰਸ਼ ਕਰ ਰਹੇ ਨੇ, ਰੇਲਾਂ ਰੋਕੀਆਂ ਹੋਈਆਂ, ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਇਹਨਾਂ ਬਿੱਲਾਂ ਨੂੰ ਵਾਪਸ ਲਵੇ। ਸੰਕਟ ਤੁਹਾਨੂੰ ਕੀ ਲੱਗਦਾ, ਕਿਸ ਤਰ੍ਹਾਂ ਦਾ ਖੇਤੀ ਸੰਕਟ ਹੈ ਇਹ? ਜ਼ਖੀਰੇਬਾਦੀ ਖੇਤੀ ਦੇ ਅਵਸਥਾ ਵਿੱਚ ਅਲਾਉਡ ਨਹੀਂ ਸੀਗੀ ਜੀ, ਉਹ ਇਹਨਾਂ ਨੇ ਅਲਾਉ ਕਰਤੀ ਹੈ ਜੀ। ਸੋ ਦੂਜਾ ਐਕਟ ਜਿਹੜਾ ਉਹ ਕਹਿੰਦਾ ਕਿ ਇਹ ਜ਼ਖੀਰੇਬਾਜ਼ ਜਿਹੜੇ ਬਣਨੇ ਨੇ ਆਉਣ ਵਾਲੇ ਦਿਨ ਉਹ ਪ੍ਰਾਈਵੇਟ ਮੰਡੀਆਂ ਖੋਲ੍ਹ ਸਕਦੇ ਨੇ। ਆੜਤੀਆਂ ਦਾ ਉਹਨਾਂ ਨੂੰ ਵਿਚੋਲੇ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਕਿ ਵਿਚੋਲਗਿਰੀ ਖਤਮ ਕਰ ਦੇਣੀ ਹੈ, ਸਿੱਧਾ ਜਾ ਕੇ ਕਿਸਾਨ ਜਿਹੜਾ ਉਹਨੂੰ ਫਾਇਦਾ ਮਿਲੇਗਾ, ਆੜਤੀਆਂ ਦੀ ਲੁੱਟ ਬਚੇਗੀ। ਇਹਨੂੰ ਕਿੱਦਾਂ ਦੇਖਦੇ? ਅਦਾਨੀ ਹੈ, ਅੰਬਾਨੀ ਹੈ, ਇਹ ਵਿਚੋਲਿਆਂ ਨਾਲ ਹੀ ਕੰਮ ਕਰਦੇ ਨੇ। ਬਿਲਕੁਲ। ਕਿ ਇਹਨਾਂ ਨੇ ਫਰੈਂਚਾਈਜ਼ਸ ਦੇਣੀਆਂ ਨੇ ਅੱਗੇ, ਜੀ, ਜਿਹੜੀਆਂ ਇਹਨਾਂ ਵਾਸਤੇ ਅਨਾਜ ਇਕੱਠਾ ਕਰਨਗੀਆਂ ਜਾਂ ਖਰੀਦ ਕੇ ਇਹਨਾਂ ਨੂੰ ਦੇਣਗੀਆਂ। ਜੀ। ਸੋ ਵਿਚੋਲੇ ਤਾਂ ਰਹਿਣਗੇ। ਕੇਂਦਰ ਨੇ ਤਾਂ ਕਹਿ ਦਿੱਤਾ ਕਿ ਅਸੀਂ ਤਾਂ ਕਾਨੂੰਨ ਰੱਦ ਕਰਨੇ ਨਹੀਂ। ਕੇਂਦਰੀ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਆਨ ਸਾਫ਼ ਤੌਰ ਤੇ ਸਾਹਮਣੇ ਆ ਰਹੇ ਨੇ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ। ਦੇਖੋ ਕਿਸਾਨ ਜਿਹੜੇ ਨੇ ਇਹਨਾਂ ਦੀ ਲੜਾਈ ਲੰਬੀ ਹੋਣੀ ਹੈ। ਇਹ ਜਿਹੜੇ ਪੁਰਾਣੇ ਸੰਘਰਸ਼ ਸੀਗੇ, ਜਿਹੜੇ ਸਟੇਟ ਗਵਰਨਮੈਂਟਾਂ ਨਾਲ ਇਨਵੋਲਵ ਸੀਗੇ, ਉਹ ਛੋਟੇ ਸੰਘਰਸ਼ ਸੀਗੇ। ਇਹਦੇ ਨਾਲ ਸੂਬੇ ਦਾ ਕੀ ਕੰਸਰਨ ਹੈ? ਤੇ ਇਹਦੇ ਨਾਲ ਜਿਹੜੀਆਂ APMC ਦੀਆਂ ਮੰਡੀਆਂ ਨੇ ਉਹ ਮੁੱਕ ਜਾਣਗੀਆਂ ਤੇ ਮੰਡੀਆਂ ਮੁੱਕਣ ਦੇ ਚੱਕਰ ਦੇ ਵਿੱਚ ਜਿਹੜੀਆਂ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ 3-4 ਸਾਲ, ਕਿਉਂਕਿ ਇਹਨਾਂ ਤੇ ਟੈਕਸ ਨਹੀਂ ਲੱਗਣਾ। ਆਟਾ ਦਾਲ ਸਕੀਮ ਜਿਵੇਂ ਸਰਕਾਰਾਂ ਬਾਹਰੋਂ ਲੈ ਕੇ ਦਾਲਾਂ ਇੱਥੇ ਪੰਜਾਬ ਦੇ ਵਿੱਚ ਵੇਚਦੀਆਂ ਨੇ ਜਾਂ ਲੋਕਾਂ ਨੂੰ ਦਿੰਦੀਆਂ ਨੇ, ਸਸਤੇ ਭਾਅ 'ਤੇ ਦਿੰਦੀਆਂ ਨੇ, ਜੇ ਉਹੋ ਜਿਹਾ ਸਿਸਟਮ ਪੰਜਾਬ ਦੇ ਵਿੱਚ ਦਾਲਾਂ ਹੋਣ ਲੱਗ ਜਾਣ ਤਾਂ ਉਹਦੇ ਵਿੱਚ ਕਿਸਾਨੀ ਦਾ ਭਲਾ ਕਿੱਦਾਂ, ਫਸਲੀ ਵਿਭਿੰਨਤਾ ਨਾਲ ਕਿੱਦਾਂ ਭਲਾ ਹੋ ਸਕਦਾ? ਮੋਦੀ ਨੇ 14 ਚ ਆਉਂਦਿਆਂ ਪਹਿਲਾ ਕੰਮ ਕੀਤਾ, ਪਲਾਨਿੰਗ ਕਮਿਸ਼ਨ ਖਤਮ ਕਰਤਾ ਜੀ, ਤੇ ਸਾਡੇ ਵੀ ਪਲਾਨਿੰਗ ਡਿਪਾਰਟਮੈਂਟ ਡਿਫੰਕਟ ਪਏ ਨੇ। ਸੁਸਾਇਟੀਆਂ ਬਣਾ ਕੇ ਜਿਹੜੀ ਖੇਤੀ ਸ਼ੁਰੂ ਕਰ ਦਿੱਤੀ ਜਾਵੇ, ਕਿਸਾਨਾਂ ਦੀਆਂ ਸੁਸਾਇਟੀਆਂ ਬਣ ਜਾਣ ਵੱਖ-ਵੱਖ ਤਰ੍ਹਾਂ, ਜਿਵੇਂ ਤੁਸੀਂ ਪਹਿਲਾਂ ਵੀ ਦੱਸ ਕੇ ਹਟਿਓ ਕਿ ਇਸ ਤਰ੍ਹਾਂ ਹੋਣਾ। ਨਵਜੋਤ ਸਿੱਧੂ ਵੀ ਇਹ ਵਿਚਾਰ ਦੇ ਚੁੱਕੇ ਨੇ। ਸਰਕਾਰ ਇਸ ਪਾਸੇ ਵੱਲ ਕਿਉਂ ਨਹੀਂ ਤੁਰਦੀ? ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਸੁਖਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋ ਰਿਹਾ। ਪੰਜਾਬ ਦੇ ਆਰਥਿਕ ਸੰਕਟ ਦੀ ਗੱਲ ਅਸੀਂ ਪਿਛਲੀ ਇੰਟਰਵਿਊ ਵਿੱਚ ਕੀਤੀ ਸੀ। ਮੇਰੇ ਨਾਲ ਇਸ ਵੇਲੇ ਉੱਘੇ ਅਰਥ ਵਿਗਿਆਨੀ ਡਾਕਟਰ ਸੁੱਚਾ ਸਿੰਘ ਗਿੱਲ ਮੌਜੂਦ ਨੇ, ਜਿਨ੍ਹਾਂ ਨੇ ਆਰਥਿਕ ਸੰਕਟ ਦੀ ਸਥਿਤੀ ਬਾਰੇ ਤੇ ਉਹਦੇ ਹੱਲ ਬਾਰੇ ਦੱਸਿਆ ਸੀ। ਹੁਣ ਅਸੀਂ ਖੇਤੀ ਸੰਕਟ ਦੀ ਗੱਲ ਕਰ ਰਹੇ ਨੇ, ਕਿਉਂਕਿ ਇਸ ਵੇਲੇ ਵੱਡਾ ਮੁੱਦਾ ਜਿਹੜਾ ਦੇਸ਼ ਭਰ ਦੇ ਵਿੱਚ ਖੇਤੀ ਸੰਕਟ ਦਾ ਬਣਿਆ ਹੋਇਆ। ਕਿਸਾਨ ਜਿਹੜੇ ਨੇ ਲਗਾਤਾਰ ਸਰਕਾਰ ਤੇ ਦਬਾਅ ਬਣਾ ਰਹੇ ਨੇ ਕਿ 3 ਕਾਨੂੰਨ ਜਿਹੜੇ ਨੇ ਖੇਤੀ ਦੇ ਉਹ ਵਾਪਸ ਲਏ ਜਾਣ। ਡਾਕਟਰ ਸਾਹਿਬ ਤੁਸੀਂ ਕਿੱਦਾਂ ਦੇਖਦੇ ਹੋ ਇਹਨਾਂ ਖੇਤੀ ਕਾਨੂੰਨਾਂ ਨੂੰ? ਕਿਸਾਨ ਜਿਹੜੇ ਨੇ ਲਗਾਤਾਰ ਸੰਘਰਸ਼ ਕਰ ਰਹੇ ਨੇ, ਰੇਲਾਂ ਰੋਕੀਆਂ ਹੋਈਆਂ, ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਇਹਨਾਂ ਬਿੱਲਾਂ ਨੂੰ ਵਾਪਸ ਲਵੇ। ਸੰਕਟ ਤੁਹਾਨੂੰ ਕੀ ਲੱਗਦਾ, ਕਿਸ ਤਰ੍ਹਾਂ ਦਾ ਖੇਤੀ ਸੰਕਟ ਹੈ ਇਹ? ਦੇਖੋ, ਮੈਂ ਪਿਛਲੇ ਕਈ ਸਾਲਾਂ ਤੋਂ ਇਸ ਸੰਕਟ ਦੇ ਉੱਤੇ ਲਿਖ ਰਿਹਾ, ਬੋਲ ਰਿਹਾ, ਪੜ੍ਹ ਰਿਹਾ, ਰਿਸਰਚ ਵੀ ਕਰ ਰਿਹਾ। ਇਹ ਜਿਹੜਾ ਪੰਜਾਬ ਦਾ ਖੇਤੀ ਜਾਂ ਹਿੰਦੁਸਤਾਨ ਦਾ ਖੇਤੀ ਸੰਕਟ ਹੈ ਜੀ, ਇਹ 90ਵਿਆਂ ਵਿੱਚ ਸ਼ੁਰੂ ਹੁੰਦਾ ਬੁਰੀ ਤਰ੍ਹਾਂ ਜੀ। ਇਸ ਤੋਂ ਪਹਿਲਾਂ ਫਾਰਮਰ ਸੁਸਾਇਡ, ਖੇਤ ਮਜ਼ਦੂਰਾਂ ਸੁਸਾਇਡ ਨਹੀਂ ਕਿਤੇ ਵੀ ਰਿਕਾਰਡ 'ਚ ਮਿਲਦੇ। 97 ਤੋਂ ਬਾਅਦ ਜਿਹੜਾ ਹੈ ਇਹ ਰਿਕਾਰਡ ਇਕੱਠਾ ਹੋਇਆ ਜੀ, ਤੇ ਹੁਣ ਤੱਕ ਹਿੰਦੁਸਤਾਨ ਦੇ ਵਿੱਚ 3.5 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਨੇ। ਤੋ ਇਸ ਕਰਕੇ ਨੇ ਕਿ ਬਹੁਤ ਸਾਰੇ ਜਿਹੜੇ ਕਿਸਾਨ ਨੇ ਸਾਡੇ, ਉਹਨਾਂ ਦੀ ਖੇਤੀ ਜਿਹੜੀ ਹੈ ਉਹ ਥੋੜ੍ਹੇ ਏਕੜਾਂ 'ਚ ਕਰਦੇ ਆ ਜੀ। 86% ਕਿਸਾਨ ਜਿਹੜੇ ਨੇ ਉਹ 5 ਏਕੜ ਤੋਂ ਘੱਟ ਦੀ ਖੇਤੀ ਕਰਦੇ ਆ ਜੀ, ਤੇ 65-66% ਜਿਹੜੇ ਨੇ ਉਹ 2.5 ਏਕੜ ਤੋਂ ਖੇਤੀ ਕਰਦੇ ਨੇ ਜੀ। ਸੋ ਇਹਨਾਂ ਨੂੰ ਅਸੀਂ ਸੀਮਾਂਤ ਕਿਸਾਨ ਕਹਿੰਦੇ ਆ ਜਾਂ ਛੋਟੇ ਕਿਸਾਨ ਕਹਿੰਦੇ ਆ ਜੀ। ਸਿਰਫ 14% ਕਿਸਾਨ ਐਸੇ ਨੇ ਜਿਹੜੇ ਮੀਡੀਅਮ ਤੇ ਲਾਰਜ ਨੇ ਜੀ, ਜਿਹੜੇ 10 ਹੈਕਟੇਅਰ ਤੋਂ ਵੱਧ ਤੇ ਖੇਤੀ ਕਰਦੇ, 25 ਏਕੜ ਦੇ ਕਰਦੇ ਆ, ਉਹ 5-6% ਨੇ ਜੀ। ਸੋ ਬਹੁਤੇ ਸਾਡੇ ਕਿਸਾਨ ਗਰੀਬ ਨੇ ਜੀ। ਤੇ ਇਹ ਜਿਹੜਾ ਵਰਤਾਰਾ ਚੱਲਿਆ ਪਿਛਲੇ 30-40 ਸਾਲਾਂ ਤੋਂ ਖੇਤੀ ਦੇ ਮਾਡਰਨਾਈਜੇਸ਼ਨ ਦਾ, ਮਸ਼ੀਨੀਕਰਨ ਦਾ, ਉਹਦੇ ਨਾਲ ਬਹੁਤ ਸਾਰੇ ਜਿਹੜੇ ਛੋਟੇ ਕਿਸਾਨ ਨੇ ਜਦੋਂ ਮੰਡੀ ਨਾਲ ਜੁੜਦੇ ਨੇ ਤੇ ਉਹਨਾਂ ਦੀ ਜਿਹੜੀ ਆਰਥਿਕਤਾ ਹਿੱਲ ਗਈ ਜੀ। ਹਿੱਲ ਇਸ ਕਰਕੇ ਗਈ ਕਿ ਉਹਨਾਂ ਦੇ ਖਰਚੇ ਜ਼ਿਆਦਾ ਨੇ, ਆਮਦਨ ਘਟ ਗਏ ਜੀ। ਕਿ ਪਹਿਲਾਂ ਜਿਹੜਾ ਖੇਤ 'ਚ ਆਪ ਕੰਮ ਕਰਦਾ ਸੀਗਾ, ਬਲਦ ਉਹਦੇ ਆਪਣੇ ਸੀਗੇ ਜੀ, ਰੂੜੀ ਉਹਦੀ ਆਪਣੀ ਸੀਗੀ। ਹੁਣ ਜਦੋਂ ਮਾਡਰਨਾਈਜੇਸ਼ਨ ਹੋਈ ਹੈ, ਬੀਜ ਵੀ ਬਾਹਰੋਂ ਖਰੀਦਦਾ ਹੈ, ਖਾਦ ਵੀ ਬਾਹਰੋਂ ਲੈਂਦਾ ਹੈ, ਔਰ ਬਹੁਤ ਸਾਰੀ ਮਸ਼ੀਨਰੀ ਬਾਹਰੋਂ ਲੈਂਦਾ ਜਾਂ ਹਾਇਰ ਕਰਦਾ ਜੀ। ਤੇ ਉਹਦੇ ਨਾਲ ਉਹਦੇ ਖਰਚੇ ਵੱਧ ਗਏ ਤੇ ਭਾਅ ਉਸ ਰੇਟ ਤੇ ਨਹੀਂ ਵਧੇ ਜਿਸ ਰੇਟ ਤੇ ਖਰਚੇ ਵਧੇ ਨੇ। ਸੋ ਇਸ ਕਰਕੇ ਜਿਹੜੇ ਬਹੁਤ ਸਾਰੇ ਕਿਸਾਨ ਨੇ ਉਹਨਾਂ ਨੂੰ ਸਾਰੇ ਸਾਧਨਾਂ ਤੋਂ ਜੀ, ਇਕੱਲੀ ਖੇਤੀ ਨਹੀਂ, ਦੁੱਧ ਵੇਚਣ ਤੋਂ ਵੀ, ਜੇ ਕੋਈ ਬੱਚਾ ਬਾਹਰ ਅੰਦਰ ਨੌਕਰੀ ਵੀ ਕਰਦਾ ਹੈ ਤਾਂ ਦੇਖਿਆ ਜਾਏ ਤੇ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਘੱਟ ਹੈ ਜੀ, ਖਰਚ ਜ਼ਿਆਦਾ ਹੈ ਜੀ। ਤੇ ਇਸ ਕਰਕੇ ਹਰ ਸਾਲ ਉਹ ਕਰਜ਼ੇ ਦੇ ਵਿੱਚ ਫਸ ਜਾਂਦੇ ਨੇ ਜੀ। ਜੇ ਤਾਂ ਉਹਨਾਂ ਦੇ ਨਾਲ ਕੋਈ ਉਹਨਾਂ ਰੈਗੂਲਰ ਬੱਚਾ ਨੌਕਰੀ ਕਰਦਾ ਤਾਂ ਉਹ ਕਰਜ਼ੇ ਤੋਂ ਮੁਕਤ ਨੇ ਜੀ। ਬਿਲਕੁਲ। ਬਹੁਤੇ ਲੋਕ ਜਿਹੜੇ ਜਿਨ੍ਹਾਂ
ਖੇਤੀ ਦੇ ਨੇ ਉਹ ਕਰਜ਼ੇ ਦੇ ਚੱਕਰ 'ਚ ਨੇ। ਜੀ ਤੋ ਇਹ ਬਹੁਤ ਵੱਡਾ ਕਰਜ਼ੇ ਦਾ ਜਾਲ ਫਸ ਗਿਆ, ਜੀ ਜਿਹਦੇ 'ਚ ਪ੍ਰਾਈਵੇਟ ਮਨੀ ਲੈਂਡਰ ਵੀ ਕੰਮ ਕਰਦੇ ਨੇ, ਰਿਸ਼ਤੇਦਾਰ ਵੀ ਕਰਜ਼ਾ ਦਿੰਦੇ ਨੇ, ਔਰ ਬੈਂਕ ਵੀ ਕਰਜ਼ਾ ਦਿੰਦੇ ਨੇ, ਸਰਕਾਰੀ ਏਜੰਸੀਆਂ ਜਿਹੜੀਆਂ ਨੇ। ਜੀ ਸੋ ਕਰਜ਼ੇ ਹੇਠਾਂ ਕਿਸਾਨ ਬਹੁਤ ਫਸ ਗਿਆ। ਜੀ ਤੇ ਇਹ ਖੇਤੀ ਕਾਨੂੰਨ ਕਿਸ ਤਰ੍ਹਾਂ ਉਹਦੇ ਲਈ ਮੈਂ ਦੱਸ ਰਿਹਾ, ਜਿਹੜਾ ਇਹ ਘਾਤਕ ਸਾਬਤ ਹੋ ਰਿਹਾ? ਪਣਪ ਰਿਹਾ ਸੀਗਾ। ਜੀ ਕਿਸਾਨਾਂ ਨੇ ਪਿਛਲੇ ਸਾਲ ਬਹੁਤ ਵੱਡੇ ਮਾਰਚ ਕੀਤੇ, ਜੀ 250 ਕਿਸਾਨ ਜਥੇਬੰਦੀਆਂ ਨੇ ਦਿੱਲੀ 'ਚ ਡੈਮੋਨਸਟ੍ਰੇਸ਼ਨ ਵੀ ਕੀਤਾ ਜੰਤਰ ਮੰਤਰ ਤੇ। ਜੀ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਪਾਲਿਸੀ ਬਣਨੀ ਚਾਹੀਦੀ ਆ ਤਾਂ ਕਿ ਖੇਤੀ ਸੰਕਟ ਨੂੰ ਰੋਕਿਆ ਜਾਏ। ਜੀ ਤਾਂ ਇਹ ਸਰਕਾਰ ਨੇ ਉਹਨੂੰ ਹੱਲ ਕਰਨ ਦੀ ਬਜਾਏ ਇਹ 3 ਕਾਨੂੰਨ ਲੈ ਕੇ ਆਏ, ਜੀ ਜਿਹਦੇ 'ਚ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ 1955 ਦੀ ਅਮੈਂਡਮੈਂਟ ਹੈ, ਜੀ ਦੂਜਾ ਫਾਰਮ ਪ੍ਰੋਡਿਊਸ ਐਂਡ ਮਾਰਕੀਟਿੰਗ ਐਕਟ ਹੈ, ਜੀ ਜਿਹਦੇ 'ਚ ਪ੍ਰਾਈਵੇਟ ਮੰਡੀਆਂ ਬਣਨ ਦਾ ਪ੍ਰਾਵਧਾਨ ਹੈ, ਤੀਜਾ ਐਕਟ ਹੈ ਕੰਟਰੈਕਟ ਐਕਟ। ਜੀ ਇਹ ਤਿੰਨੇ ਐਕਟ ਜਿਹੜੇ ਨੇ ਇਹਨਾਂ 'ਚ ਕਾਮਨ ਰਨਿੰਗ ਥ੍ਰੈਡ ਹੈ। ਜੀ ਉਹ ਹੈ ਕਿ ਜਿਹੜਾ ਕਾਰਪੋਰੇਟ ਸੈਕਟਰ ਹੈ, ਵੱਡੇ ਘਰਾਣੇ, ਜਿਨ੍ਹਾਂ 'ਚ ਇਹਨਾਂ ਨੇ ਉਹਨਾਂ ਡਿਫਾਈਨ 3 ਕੈਟੇਗਰੀ 'ਚ ਕੀਤਾ। ਜੀ ਹੋਲਸੇਲਰ ਵਪਾਰੀ, ਐਕਸਪੋਰਟਰ ਜਿਹੜੇ ਬਾਹਰ ਅਨਾਜ ਭੇਜ ਸਕਦੇ ਨੇ, ਜੀ ਤੇ ਤੀਜੇ ਜਿਹੜੇ ਪ੍ਰੋਸੈਸਰ ਨੇ, ਜੀ ਕਾਰਖਾਨੇਦਾਰ ਨੇ। ਉਹ 3 ਜਿਹੜੇ ਨੇ ਉਹ ਜਿੰਨਾ ਮਰਜ਼ੀ ਅਨਾਜ ਦਾ ਭੰਡਾਰ ਕਰ ਸਕਦੇ ਨੇ, ਜੀ ਜਿੰਨੀ ਉਹਨਾਂ ਨੂੰ ਲੋੜ ਹੈ। ਤੇ ਇਹ ਉਹਨਾਂ ਨੂੰ ਪਹਿਲਾ ਐਕਟ ਜਿਹੜਾ ਐਸੈਂਸ਼ੀਅਲ ਸਰਵਿਸ ਅਮੈਂਡਮੈਂਟ ਐਕਟ ਹੈ, ਪਹਿਲਾਂ ਜ਼ਖੀਰੇਬਾਦੀ ਖੇਤੀ ਦੇ ਵਸਤਾਂ ਵਿੱਚ ਅਲਾਉਡ ਨਹੀਂ ਸੀਗੀ, ਜੀ ਉਹ ਇਹਨਾਂ ਨੇ ਅਲਾਉ ਕਰਤੀ ਹੈ। ਜੀ ਸੋ ਦੂਜਾ ਐਕਟ ਜਿਹੜਾ ਉਹ ਕਹਿੰਦਾ ਕਿ ਇਹ ਜ਼ਖੀਰੇਬਾਜ਼ ਜਿਹੜੇ ਬਣਨੇ ਨੇ ਆਉਣ ਵਾਲੇ ਦਿਨਾਂ 'ਚ, ਉਹ ਪ੍ਰਾਈਵੇਟ ਮੰਡੀਆਂ ਖੋਲ੍ਹ ਸਕਦੇ ਨੇ। ਤੇ ਪ੍ਰਾਈਵੇਟ ਜਦੋਂ ਮੰਡੀਆਂ ਖੋਲ੍ਹਣਗੇ ਤਾਂ ਉਹਨਾਂ ਨੂੰ ਸਟੇਟ ਗਵਰਨਮੈਂਟ ਤੋਂ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ। ਜੀ ਜੇ ਉਹਨਾਂ ਦੇ ਪਾਸ ਪੈਨ ਕਾਰਡ ਹੈ ਜੀ ਤਾਂ ਉਹ ਮੰਡੀ ਖੋਲ੍ਹ ਸਕਦੇ ਨੇ। ਜੀ ਤੇ ਉਹਨਾਂ ਜਦੋਂ ਮੰਡੀ ਖੋਲ੍ਹਦੇ ਨੇ ਤੇ ਉਹਨਾਂ ਤੇ ਸੂਬਾ ਸਰਕਾਰ ਜਿਹੜੀ ਆ, ਜੀ ਅੰਡਰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ ਜਿਹੜਾ ਕਮੇਟੀ ਐਕਟ ਹੈ, ਉਹਦੇ ਤਹਿਤ ਕੋਈ ਟੈਕਸ, ਮੰਡੀ ਫੀਸ ਜਾਂ ਸੈਸ ਨਹੀਂ ਲਾ ਸਕਣਗੇ। ਜੀ APMC ਦੇ ਤਹਿਤ। APMC ਦੇ ਤਹਿਤ ਸੋ ਕਿਸੇ ਕਿਸਮ ਦਾ ਵੀ ਉਹ ਟੈਕਸ ਨਹੀਂ ਲੱਗੇਗਾ, ਨਾ ਹੀ ਉਹਦੇ ਤੇ ਰੈਗੂਲੇਸ਼ਨ ਹੋ ਸਕਦੀ ਹੈ। ਜੀ ਕਿ ਜਿਵੇਂ APMC ਦੇ ਵਿੱਚ ਜਿਹੜਾ ਮੰਡੀ ਬੋਰਡ ਦਾ ਸੈਕਟਰੀ ਹੈ ਜਾਂ ਲੋਕਲ ਮਾਰਕੀਟ ਕਮੇਟੀ ਹੈ, ਉਹ ਚੈੱਕ ਕਰ ਸਕਦੀ ਹੈ ਕਿ ਆੜ੍ਹਤੀਆ ਜਿਹੜਾ ਹੈ ਵੱਧ ਘੱਟ ਤਾਂ ਨਹੀਂ ਤੋਲ ਰਿਹਾ, ਜੀ ਸਫਾਈ ਠੀਕ ਨਹੀਂ ਕਰ ਰਿਹਾ ਕਿ ਨਹੀਂ, ਮਾਇਸਚਰ ਨੂੰ ਐਵੇਂ ਗਲਤ ਮਲਤ ਦੱਸ ਕੇ ਭਾਅ ਨਹੀਂ ਘੱਟ ਲਾ ਰਿਹਾ। ਇਹ ਰੈਗੂਲੇਸ਼ਨ ਹੈ ਸਟੇਟ ਗਵਰਨਮੈਂਟ ਦਾ। ਜੀ ਤੇ ਇਹ ਸਾਰੇ ਬੰਦ ਕਰਤੇ ਉਹਨਾਂ ਨੇ। ਤੇ ਤੀਸਰੇ ਐਕਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਸਿੱਧਾ ਕੰਟਰੈਕਟ ਕਰ ਸਕਦੇ ਨੇ ਫਾਰਮਰ। ਤੇ ਕੰਟਰੈਕਟ ਜਦੋਂ ਕਰਨਗੇ ਤੇ ਉਹਨਾਂ ਦੇ ਵਿੱਚ ਜੇ ਝਗੜਾ ਹੋ ਜਾਂਦਾ ਕਿਸੇ ਕਾਰਨ ਕਰਕੇ, ਤਾਂ ਉਹਦਾ ਜਿਹੜਾ ਕਚਹਿਰੀ 'ਚ ਨਹੀਂ ਕੇਸ ਜਾਊਗਾ, ਉਹ SDM ਹੀ ਉਹਨੂੰ ਹੈਂਡਲ ਕਰੇਗਾ, ਤੇ ਨਾ ਹੀ ਸਟੇਟ ਗਵਰਨਮੈਂਟ ਉਹਦੇ 'ਚ ਕੋਈ ਦਖਲ ਦੇ ਸਕੇਗੀ। ਜੀ ਤੇ ਇਹ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਤੁਸੀਂ ਜਾ ਕੇ ਵਪਾਰ ਕਰੋ ਖੇਤੀ ਵਸਤਾਂ ਦਾ। ਤੇ ਇਹਦੇ ਨਾਲ ਜਿਹੜੀਆਂ APMC ਦੀਆਂ ਮੰਡੀਆਂ ਨੇ ਉਹ ਮੁੱਕ ਜਾਣਗੀਆਂ। ਤੇ ਮੰਡੀਆਂ ਮੁੱਕਣ ਦੇ ਚੱਕਰ ਦੇ ਵਿੱਚ ਜਿਹੜੀਆਂ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ। 3-4 ਸਾਲ ਕਿਉਂਕਿ ਇਹਨਾਂ ਤੇ ਟੈਕਸ ਨਹੀਂ ਲੱਗਣਾ, ਇਹ ਕਿਸਾਨਾਂ ਨੂੰ ਸਰਕਾਰੀ ਮੰਡੀਆਂ ਤੋਂ ਵੱਧ ਪਾਸ ਦੇ ਸਕਦੇ ਨੇ। ਜੀ ਤੇ ਇਹਦੇ ਨਾਲ ਹੌਲੀ ਹੌਲੀ ਸਰਕਾਰੀ ਮੰਡੀਆਂ ਮੁੱਕ ਜਾਣਗੀਆਂ, ਤਾਂ ਫਿਰ ਉਹ ਕੀ ਕਰਨਗੇ ਕਿ ਮਰਜ਼ੀ ਨਾਲ ਖਰੀਦਣਗੇ, ਮਰਜ਼ੀ ਨਾਲ ਨਹੀਂ ਖਰੀਦਣਗੇ। ਜੀ MSP ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਕਹਿੰਦੇ ਆ ਕਿ ਰਹੇਗੀ, MSP ਉਹਦਾ ਕੋਈ ਮਤਲਬ ਹੀ ਨਹੀਂ ਹੈ ਜੀ ਜੇ ਤੁਸੀਂ ਖਰੀਦਦੇ ਨਹੀਂ। ਅੱਜ ਵੀ ਮਿਨੀਮਮ ਸਪੋਰਟ ਪ੍ਰਾਈਸ ਮੱਕੀ ਦੀ ਜਿਹੜੀ ਆ 1850 ਰੁਪਏ ਆ, ਲੇਕਿਨ ਰਾਜਪੁਰੇ ਦੀ ਮਾਰਕੀਟ 'ਚ 600 ਰੁਪਏ 800 ਰੁਪਏ ਕੁਇੰਟਲ ਵਿਕੀ ਹੈ, ਜਲੰਧਰ ਦੀ ਮਾਰਕੀਟ 'ਚ 800-900 ਰੁਪਏ ਕੁਇੰਟਲ ਵਿਕੀ ਹੈ। ਜੀ ਸੋ ਜਿੰਨੀ ਦੇਰ ਤੱਕ ਮੰਡੀਕਰਨ ਦਾ ਇੰਤਜ਼ਾਮ ਸਰਕਾਰੀ ਨਹੀਂ ਹੈ, ਪ੍ਰਾਈਵੇਟ ਸੈਕਟਰ ਜਿਹੜਾ ਉਹ ਸਸਤਾ ਖਰੀਦਣ ਦੀ ਕੋਸ਼ਿਸ਼ ਕਰਦਾ ਕਿਉਂਕਿ ਉਹਨੇ ਮੁਨਾਫਾ ਕਮਾਉਣਾ। ਜਿਹੜੀ ਸਰਕਾਰ ਹੈ ਉਹ ਜਵਾਬਦੇਹ ਹੈ ਲੋਕਾਂ ਨੂੰ, ਉਹਨਾਂ ਵੋਟਾਂ ਦੇਣੀਆਂ ਨੇ। ਕਾਰਪੋਰੇਟ ਸੈਕਟਰ ਨੇ ਤਾਂ ਵੋਟ ਲੈਣਾ ਉਹਨਾਂ ਨਹੀਂ, ਉਹਦੀ ਟਰਾਂਸਪੇਰੈਂਸੀ ਲੋੜ ਨਹੀਂ, ਉਹ ਨਾ ਅਕਾਊਂਟ ਸਾਂਝੇ ਕਰੇ ਲੋਕਾਂ ਨਾਲ। ਬਿਲਕੁਲ। ਸੋ ਇਸ ਕਰਕੇ ਜਿਹੜੀ ਇਹ ਸੰਕਟ ਹੈ ਕਿਸਾਨਾਂ ਨੂੰ ਲੱਗਦਾ ਕਿ ਇਸ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਸਿਸਟਮ ਖਤਮ ਹੋ ਜਾਏਗਾ, ਸਰਕਾਰੀ ਮੰਡੀਆਂ ਟੁੱਟ ਜਾਣਗੀਆਂ, ਜਿਹੜੇ ਪ੍ਰਾਈਵੇਟ ਘਰਾਣੇ ਨੇ ਜਿਹੜੇ ਦਿਓ ਕੱਦ ਦੇ ਨੇ, ਬਹੁਤ ਵੱਡੇ ਵੱਡੇ ਨੇ, ਅਦਾਨੀ ਹੈ, ਅਬਾਨੀ ਹੈ, ITC ਹੈ ਜਾਂ ਕਾਰਗਿਲ ਵਰਗੇ ਨੇ, ਇਹ ਜਿਹੜੇ ਅਦਾਰੇ ਨੇ ਜਦੋਂ ਕਿਸਾਨਾਂ ਨਾਲ ਕੰਟਰੈਕਟ ਕਰਨਗੇ ਤਾਂ ਜਦੋਂ ਜੀ ਕਰੇਗਾ ਉਹ ਕੰਟਰੈਕਟ ਤੋੜ ਦੇਣਗੇ। ਤੇ ਜਿਹੜੇ SDM DC ਨੇ ਉਹਨਾਂ ਦੀ ਜੇਬ 'ਚ ਹੁੰਦੇ ਨੇ, ਡਰਾਈਵ ਕਰ ਲੈਣਗੇ ਜਾਂ ਵਕੀਲ ਖੜੇ ਕਰ ਲੈਣਗੇ ਵੱਡੇ, ਤੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲੇਗਾ ਤੇ ਕਿਸਾਨਾਂ ਦਾ ਜਿਹੜਾ ਸਿਸਟਮ ਹੈ, ਕ੍ਰਾਈਸਿਸ ਆ, ਹੋਰ ਡੂੰਘਾ ਹੋ ਜਾਏਗਾ। ਇਹਦੇ ਨਾਲ ਸੂਬੇ ਦਾ ਕੀ ਕੰਸਰਨ ਹੈ? ਪੰਜਾਬ ਨੂੰ ਕਿਸ ਤਰ੍ਹਾਂ ਇਫੈਕਟ ਬਣਿਆ? ਸੂਬੇ ਦਾ ਕੰਸਰਨ ਇਹ ਆ ਕਿ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਮੰਡੀ ਦੇ ਵਿੱਚ ਜਿਹੜੀ ਪ੍ਰੋਡਿਊਸ ਜਾਂਦੀ ਹੈ ਉਹਦੇ ਵਿੱਚ APMC ਦੀ ਮੰਡੀ ਜਾਂਦੀ ਆ, ਉਹਦੇ 'ਚ 3% ਉਹ ਲਾਉਂਦੇ ਨੇ ਮੰਡੀ ਫੀਸ ਜੀ, ਤੇ 3% ਉਹ ਲਾਉਂਦੇ ਰੂਰਲ ਡਿਵੈਲਪਮੈਂਟ ਫੰਡ ਜੀ, ਹੋਰ ਵੀ ਕੋਈ ਸੈਸ ਲਾ ਸਕਦੇ ਨੇ ਜੀ, ਤੇ ਕੁਝ ਆੜ੍ਹਤੀਆਂ ਦਾ 2.5% ਹੈ। ਸੋ 8.5% ਜਿਹੜਾ ਹੈ ਉਹਦੇ 'ਚੋਂ 2.5% ਕੱਢ ਦਈਏ, 6% ਦੇ ਨਾਲ ਪੰਜਾਬ ਗਵਰਨਮੈਂਟ ਨੂੰ ਪਿਛਲੇ ਸਾਲ 3600 ਕਰੋੜ ਰੁਪਇਆ, 1800 ਕਰੋੜ ਰੁਪਇਆ ਸਾਵਣੀ ਦੀ ਫਸਲ, 1800 ਰੁਪਇਆ ਹਾੜੀ ਦੀ ਫਸਲ ਵਿੱਚ ਆਮਦਨ ਹੋਈ ਜੀ। ਇਹ 'ਚੋਂ 1800 ਕਰੋੜ ਜਿਹੜਾ ਹੈ
ਉਹ ਪਿੰਡਾਂ ਦਾ ਇਨਫਰਾਸਟ੍ਰਕਚਰ, ਪੇਂਡੂ ਸੜਕਾਂ, ਮੰਡੀਆਂ ਦੇ ਯਾਰਡ, ਮੰਡੀਆਂ ਸਹੂਲਤਾਂ ਪੈਦਾ ਕਰਨੀਆਂ ਉੱਤੇ ਖਰਚ ਹੁੰਦਾ ਹੈ। ਤੇ ਜਿਹੜਾ 1800 ਕਰੋੜ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪੇਂਡੂ ਏਰੀਆ 'ਚ ਡਿਵੈਲਪਮੈਂਟ ਵਾਸਤੇ ਵਰਤਿਆ ਜਾਂਦਾ ਹੈ। ਤਾਂ ਇਹ 3600 ਕਰੋੜ ਦਾ ਰੈਵਨਿਊ ਲਾਸ ਹੈ, ਇਹ ਸਟੇਟ ਗੌਰਮੈਂਟ ਦਾ ਹੈ। ਸਟੇਟ ਗੌਰਮੈਂਟਾਂ ਨੂੰ ਜੇ ਇਹ ਪੈਸੇ ਨਹੀਂ ਮਿਲਣਗੇ ਤਾਂ ਖਰਚ ਨਹੀਂ ਕਰਨਗੇ, ਤੇ ਜੇ ਖਰਚ ਨਹੀਂ ਕਰਨਗੇ ਲੋਕਾਂ ਨੂੰ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਨੇ, ਇਹਨਾਂ ਸਰਕਾਰ ਨੇ ਕੀਤਾ ਕੁਛ ਨਹੀਂ, ਲੋਕੀ ਉਹਨਾਂ ਦੇ ਵਿਰੁੱਧ ਵੋਟਾਂ ਪਾਉਣਗੇ। ਸੋ ਇਸ ਕਰਕੇ ਜਿਹੜੀ ਸਟੇਟ ਪੋਲੀਟਿਕਸ ਹੈ ਉਹ ਇਹਦੇ ਨਾਲ ਜੁੜੀ ਹੋਈ ਹੈ। ਦੂਸਰੀ ਗੱਲ ਹੈ ਜਿਹੜੇ ਐਕਟ ਨੇ ਨਾ, ਖਾਸ ਕਰਕੇ ਦੂਜੇ 2 ਐਕਟ ਨੇ, ਜਿਹੜਾ ਕੰਟਰੈਕਟ ਐਕਟ ਹੈ ਤੇ ਮੰਡੀਆਂ ਪ੍ਰਾਈਵੇਟ ਖੋਲ੍ਹਣ ਵਾਲਾ ਐਕਟ ਹੈ, ਇਹ ਸਟੇਟ ਸਬਜੈਕਟ ਨੇ। ਸਟੇਟ ਸਬਜੈਕਟ ਦੇ ਮੁਤਾਬਕ ਸਿਰਫ ਸਟੇਟ ਅਸੈਂਬਲੀ ਇਹਨਾਂ ਤੇ ਐਕਟ ਪਾਸ ਕਰ ਸਕਦੀ ਹੈ, ਸੈਂਟਰ ਨਹੀਂ ਪਾਸ ਕਰ ਸਕਦਾ। ਜਿਹੜਾ ਸਾਡਾ 66ਵੀਂ ਮੱਦ ਹੈ ਸਟੇਟ ਲਿਸਟ ਦੀ ਕੰਸਟੀਟਿਊਸ਼ਨ ਦੇ ਵਿੱਚ, ਉਹ ਇਹ ਕਹਿੰਦੀ ਹੈ ਕਿ ਜਿਹੜੇ ਸਟੇਟ ਮੱਦ ਵਿੱਚ ਜਿੰਨੇ ਮੁੱਦੇ ਨੇ ਉੱਤੇ ਟੈਕਸ ਲਾਉਣ ਦਾ ਅਧਿਕਾਰ ਸਟੇਟ ਗੌਰਮੈਂਟ ਦਾ ਹੈ। ਤੇ ਇਹ ਇਹਨਾਂ ਨੇ ਜਿਹੜਾ ਟੈਕਸ ਅਬੋਲਿਊਸ਼ਨ ਦੀ ਗੱਲ ਕੀਤੀ ਹੈ, ਇਹ ਸਟੇਟ ਅਟਾਨਮੀ ਤੇ ਬਹੁਤ ਵੱਡਾ ਅਟੈਕ ਹੈ। ਮਤਲਬ ਕਿ ਸੂਬੇ ਦੇ ਵੀ ਹੱਥ ਵੱਢ ਤੇ ਇਹਨਾਂ ਨੇ, ਸੂਬਿਆਂ ਦੇ ਅਧਿਕਾਰ ਖੋਲੇ, ਜਿਵੇਂ GST 'ਚ ਅਧਿਕਾਰ ਖੋਏ ਨੇ ਉੱਦਾਂ ਇਹ ਅਧਿਕਾਰ ਖੋਲੇ। ਜੇ ਇਹ ਵੀ ਹੱਥ ਵੱਢ ਕੇ ਚਲੇ ਜਾਂਦੇ ਨੇ ਸਟੇਟ ਗੌਰਮੈਂਟਾਂ ਦੇ, ਤਾਂ ਪਹਿਲਾਂ GST 'ਚ ਉਹਨਾਂ ਨੂੰ ਪੈਸੇ ਨਹੀਂ ਦੇ ਰਹੇ, ਤੇ ਇਹ ਕਾਫੀ ਵੱਡੀ ਅਮਾਊਂਟ ਜਾਂਦੀ ਆ, ਤੇ ਸਟੇਟ ਗੌਰਮੈਂਟਾਂ ਜਿਹੜੀ ਉਹਨਾਂ ਦੀ ਹਾਲਤ ਮਿਊਨਿਸਪਲ ਕਮੇਟੀਆਂ ਵਾਲੀ ਹੋ ਜਾਣੀ ਹੈ। ਦਰਅਸਲ ਦੂਜਾ ਜਿਹੜਾ ਕਹਿੰਦੇ ਨੇ ਕਿ ਆੜਤੀਆਂ ਦਾ ਉਹਨਾਂ ਨੂੰ ਵਿਚੋਲੇ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਕਿ ਵਿਚੋਲਗਿਰੀ ਖਤਮ ਕਰ ਦੇਣੀ ਹੈ, ਸਿੱਧਾ ਜਾ ਕੇ ਕਿਸਾਨ ਜਿਹੜਾ ਉਹਨੂੰ ਫਾਇਦਾ ਮਿਲੇਗਾ, ਆੜਤੀਆਂ ਦੀ ਲੁੱਟ ਬਚੇਗੀ। ਇਹਨੂੰ ਕਿੱਦਾਂ ਦੇਖਦੇ? ਮੈਂ ਸਮਝਦਾ ਕਿ ਜਿਹੜੀ ਪ੍ਰਾਈਵੇਟ ਸੈਕਟਰ ਦੀ ਵਰਕਿੰਗ ਬਾਰੇ ਇਹ ਸਮਝ ਨਹੀਂ ਠੀਕ ਜੀ, ਕਿਉਂਕਿ ਜਿਹੜੇ ਵੱਡੇ ਘਰਾਣੇ ਨੇ, ਅਦਾਨੀ ਹੈ, ਅੰਬਾਨੀ ਹੈ, ਇਹ ਵਿਚੋਲਿਆਂ ਨਾਲ ਹੀ ਕੰਮ ਕਰਦੇ ਨੇ। ਬਿਲਕੁਲ। ਕਿ ਇਹਨਾਂ ਨੇ ਫਰੈਂਚਾਈਜ਼ਸ ਦੇਣੀਆਂ ਨੇ ਅੱਗੇ, ਜਿਹੜੀਆਂ ਇਹਨਾਂ ਵਾਸਤੇ ਅਨਾਜ ਇਕੱਠਾ ਕਰਨਗੀਆਂ ਜਾਂ ਖਰੀਦ ਕੇ ਇਹਨਾਂ ਨੂੰ ਦੇਣਗੀਆਂ। ਸੋ ਵਿਚੋਲੇ ਤਾਂ ਰਹਿਣਗੇ। ਬਿਲਕੁਲ। ਹੁਣ ਜਿੰਨੀਆਂ ਮਾਰਕੀਟਿੰਗ ਹੈ, ਛੋਟਾ ਸ਼ਾਪਕੀਪਰ ਕਰਦਾ, ਉਹ ਵਿਚੋਲਾ ਹੀ ਆ। ਬਿਲਕੁਲ। ਸੋ ਵਿਚੋਲਾ ਜਿਹੜਾ ਹੈ ਉਹ ਪ੍ਰਾਈਵੇਟ ਸੈਕਟਰ ਦੀ ਵਰਕਿੰਗ ਦਾ ਪਾਰਟ ਹੈ ਜੀ। ਸੋ ਉਹਨੂੰ ਵਿਚੋਲਾ ਕਹਿ ਕੇ ਭੰਡ ਰਹੇ ਨੇ, ਲੇਕਿਨ ਫਰੈਂਚਾਈਜ਼ਸ ਕਹਿ ਕੇ ਉਹਦੀ ਵਡਿਆਈ ਕਰ ਰਹੇ ਨੇ। ਸੋ ਜਿਹੜਾ ਆੜਤੀਆਂ ਨੂੰ ਬਹੁਤਾ ਨੁਕਸਾਨ ਨਹੀਂ ਹੋਣਾ, ਕਿ ਕਾਫੀ ਆੜਤੀ ਜਿਹੜੇ ਨੇ ਉਹ ਫਰੈਂਚਾਈਜ਼ ਲੈ ਲੈਣਗੇ, ਕਿ ਜਿਹੜਾ ਪਿੰਡਾਂ ਦੇ ਵਿੱਚ ਵੱਡੇ ਘਰਾਣਿਆਂ ਦੇ ਸਿੱਧੇ ਲਿੰਕ ਨਹੀਂ ਹੈਗੇ, ਉਹ ਹੁਣ FCI ਨੂੰ ਇਕੱਠਾ ਕਰਕੇ ਅਨਾਜ ਦਿੰਦੇ ਨੇ, ਫਿਰ ਉਹ ਵੱਡੇ ਘਰਾਣਿਆਂ ਨੂੰ ਦੇਣ ਲੱਗ ਜਾਣਗੇ। ਆੜਤੀ ਜਿਹੜੇ ਪੜ੍ਹੇ ਲਿਖੇ ਨੇ, ਉਹਨਾਂ ਕੋਲ ਸਕਿੱਲ ਹੈ ਮਾਰਕੀਟਿੰਗ ਦਾ, ਲੇਕਿਨ ਜਿਹੜੇ ਕਿਸਾਨ ਨੇ ਉਹਨਾਂ ਕੋਲ ਚੀਜ਼ਾਂ ਹੈ ਨਹੀਂ ਗੀਆਂ। ਇਸ ਕਰਕੇ ਨੁਕਸਾਨ ਕਿਸਾਨ ਦਾ ਹੋਣਾ ਹੈਗਾ। ਤੇ ਇਹ ਕਹਿ ਕੇ ਇੱਕ ਇਹਨਾਂ ਨੇ ਟਰਮ ਕੱਢ ਦੀ ਵਿਚੋਲਿਆਂ ਦੀ, ਵਿਚੋਲੇ ਤੇ ਪੱਕੇ ਨੇ। ਪ੍ਰਾਈਵੇਟ ਸੈਕਟਰ ਦੇ ਵਿਚੋਲਾ ਹਮੇਸ਼ਾ ਪੱਕਾ ਹੁੰਦਾ ਹੈ, ਤੇ ਉਹ ਇੱਕ ਸਬ ਕੰਟਰੈਕਟਿੰਗ ਦਾ ਸਿਸਟਮ ਚੱਲਦਾ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਜਿਹੜੀਆਂ ਵੱਡੀਆਂ ਕਾਰ ਕੰਪਨੀਆਂ ਨੇ ਉਹ ਛੋਟੀਆਂ ਕੰਪਨੀਆਂ ਤੋਂ ਪੁਰਜੇ ਪਰਜੇ ਖਰੀਦਦੀਆਂ ਨੇ ਤੇ ਆਪ ਅਸੈਂਬਲੀ ਕਰਦੀਆਂ ਨੇ। ਇੱਦਾਂ ਇਹਨਾਂ ਨੇ ਇਹਨਾਂ ਨੂੰ ਇਨਵੋਲਵ ਕਰਕੇ ਨਾ, ਜਿਹੜੇ ਪੜ੍ਹੇ ਲਿਖੇ ਮੁੰਡੇ ਨੇ, ਇਹਨਾਂ ਨੂੰ ਘਾਟੇ ਵਾਧੇ ਦਾ ਹਿਸਾਬ ਕਿਤਾਬ ਪਤਾ ਹੁੰਦਾ, ਉਹਨਾਂ ਨੂੰ ਇਨਵੋਲਵ ਕਰਕੇ ਕੋਈ ਸਿੱਧੇ ਇਹਨਾਂ ਨੇ ਇੰਪਲਾਈ ਨਹੀਂ ਰੱਖਣੇ। ਇੰਪਲਾਈ ਰੱਖੋਗੇ ਤਾਂ ਤਨਖਾਹ ਵੱਧ ਦੇਣੀ ਪਏਗੀ, ਇਹਨਾਂ ਨੂੰ ਥੋੜ੍ਹਾ ਬਹੁਤਾ ਕਮਿਸ਼ਨ ਦੇ ਕੇ। ਜਿਵੇਂ ਹੁਣ ਇਹਨਾਂ ਦੇ ਬਿੱਲ ਜਿਹੜੇ ਨੇ ਉਹ ਹੱਟੀ ਦੇ ਉੱਤੇ ਤੁਸੀਂ ਜਾ ਕੇ ਜਿੱਥੇ ਮਰਜ਼ੀ ਭਰ ਲਓ, ਬੈਠੇ ਮੁੰਡੇ ਦੁਕਾਨਾਂ ਖੋਲ੍ਹ ਕੇ। ਇੱਦਾਂ ਇਹਨਾਂ ਨੇ ਰੱਖ ਲੈਣੇ, ਆਪਣੀਆਂ ਫਰੈਂਚਾਈਜ਼ੀ ਦੇ ਦੇਣੀਆਂ ਨੇ, ਜਿਵੇਂ ਖਾਣ ਪੀਣ ਦੇ ਮਾਮਲੇ 'ਚ ਵੀ ਚੱਲ ਰਹੀਆਂ ਨੇ। ਉੱਦਾਂ ਹੀ ਇਹ ਚਲਾਉਣਗੇ। ਇਹ ਤਾਂ ਵਿਚੋਲੀਅਤ ਰਹਿਣੇ ਹੀ ਨੇ। ਸਿੱਧੇ ਤੌਰ 'ਤੇ ਜਿਹੜਾ ਉਹ ਲੁੱਟ ਜਿਹੜੀ ਉਹ ਕਿਸਾਨਾਂ ਦੀ ਕੀਤੀ ਜਾਣੀ। ਕਿਸਾਨਾਂ ਦੀ ਲੁੱਟ ਬਹੁਤ ਵਧਣੀ ਹੈ। ਪਤਾ ਕਿਉਂ? ਕਿ ਕਿਸਾਨ ਜਿਹੜਾ ਹੈ ਉਹ ਇੱਕ ਐਸਾ ਪ੍ਰੋਡਿਊਸਰ ਹੈ ਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ, ਤੇ ਜਿਹੜਾ ਖਰੀਦਦਾਰ ਹੈ ਉਹ ਥੋੜ੍ਹੇ ਨੇ, 1-2 ਹੈ। ਇਹਨੂੰ ਅਸੀਂ ਇਕਨੋਮਿਕਸ 'ਚ ਆਲੀਗੋਪੋਸੋਨੀ ਕਹਿੰਦੇ ਹਾਂ ਜੀ, ਕਿ ਬਾਇਰ ਥੋੜ੍ਹੇ ਨੇ ਤੇ ਵੇਚਣ ਵਾਲੇ ਬਹੁਤ ਜ਼ਿਆਦਾ ਨੇ ਜੀ। ਇਸ ਮਾਰਕੀਟ ਸਟਰਕਚਰ ਦੇ ਵਿੱਚ ਭਾਅ ਤੈਅ ਕਰਨ ਦਾ ਅਧਿਕਾਰ ਜਿਹੜੇ ਖਰੀਦਦਾਰ ਨੇ ਉਹਨਾਂ ਕੋਲ ਹੁੰਦਾ ਜੀ, ਤੇ ਖਰੀਦਦਾਰ ਹਮੇਸ਼ਾ ਆਪਣੇ ਹੱਕ 'ਚ ਭਾਅ ਤੈਅ ਕਰੇਗਾ ਜੀ। ਜੇ ਅਲਟਰਨੇਟਿਵ ਮਾਰਕੀਟਿੰਗ ਸਿਸਟਮ ਨਹੀਂ ਰਹਿੰਦਾ ਗੌਰਮੈਂਟ ਵਾਲਾ, ਤਾਂ ਉਹ ਕਹੇਗਾ ਕਿ ਮੈਂ ਇਹ ਭਾਅ ਤੁਹਾਨੂੰ ਨਹੀਂ ਘੱਟ ਦਿੰਦਾ, ਪਰ ਅਜੇ ਮੈਂ ਖਰੀਦਣੀ ਨਹੀਂ ਹੈ। ਤੇ ਕਿਸਾਨ ਕੀ ਕਰੇਗਾ? ਉਹਦੇ ਕੋਲ ਗੋਦਾਮ ਹੈ ਨਹੀਂ, ਘਰ ਰੱਖ ਨਹੀਂ ਸਕਦਾ, ਅਗਲੀ ਫਸਲ ਬੀਜਣੀ ਆ, ਉਹ ਤਾਂ ਮੰਡੀ 'ਚ ਸੁੱਟ ਕੇ ਜੋ ਵੀ ਮਿਲਿਆ ਗਾਂਹ ਜਾਊਗਾ। ਜਿਵੇਂ ਇਸ ਵਾਰੀ ਮੱਕੀ ਲੋਕਾਂ ਨੇ ਵੇਚੀ ਆ। ਸੋ ਇਸ ਕਰਕੇ ਕਿਸਾਨਾਂ ਦਾ ਨੁਕਸਾਨ ਆਉਣ ਵਾਲੇ ਸਮੇਂ ਵੱਡਾ ਹੋਣਾ ਹੈ। ਇਹਨਾਂ ਦਾ ਆਰਥਿਕ ਸੰਕਟ ਹੈ ਜੀ, ਉਹ ਬਹੁਤ ਗਹਿਰਾ ਹੋਣ ਦੀ ਸੰਭਾਵਨਾ ਹੈ। ਡਾਕਟਰ ਸਾਹਿਬ, ਇਹਦੇ ਵਿੱਚ ਆਪਾਂ ਜੇ ਕਿਸਾਨੀ ਦੇ ਮਸਲੇ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਦੇਖੀਏ, ਇਹ ਲੱਗਦਾ ਹੈ ਕਿ ਕੋਈ 1-2 ਮਹੀਨਿਆਂ ਦੀ ਖੇਡ ਜਾਂ 1 ਸਾਲ ਦੀ ਖੇਡ ਹੈ, ਕਿ ਬਸ ਇਹ ਕਿਉਂਕਿ ਕੇਂਦਰ ਨੇ ਤਾਂ ਕਹਿ ਦਿੱਤਾ ਕਿ ਅਸੀਂ ਤਾਂ ਕਾਨੂੰਨ ਰੱਦ ਕਰਨੇ ਨਹੀਂ। ਕੇਂਦਰੀ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਆਨ ਸਾਫ਼ ਤੌਰ 'ਤੇ ਸਾਹਮਣੇ ਆ ਰਹੇ ਨੇ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ। ਕਿਸਾਨਾਂ ਨੂੰ ਸਮਝਾਉਣ ਦੇ ਲਈ ਸੱਦਿਆ ਜਾ ਰਿਹਾ, ਕਿਸਾਨਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਧਰ ਵੱਲ ਨੂੰ ਕਦਮ ਪੁੱਟ ਰਹੇ ਨੇ ਉਹ। ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਫਿਰ? ਦੇਖੋ, ਕਿਸਾਨ ਜਿਹੜੇ ਨੇ ਇਹਨਾਂ ਦੀ ਲੜਾਈ ਲੰਬੀ ਹੋਣੀ ਆ। ਇਹ ਜਿਹੜੇ ਪੁਰਾਣੇ ਸੰਘਰਸ਼ ਸੀਗੇ, ਜਿਹੜੇ ਸਟੇਟ ਗਵਰਨਮੈਂਟਾਂ ਨਾਲ ਇਨਵੋਲਵ ਸੀਗੇ, ਉਹ ਛੋਟੇ ਸੰਘਰਸ਼ ਸੀਗੇ ਕਿ 15-20 ਦਿਨ ਦੇ, ਮਹੀਨੇ ਦੇ ਹੋ ਗਏ।
ਇਹ ਸੰਘਰਸ਼ ਲੰਬਾ ਚੱਲਣਾ ਹੈ ਜੀ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਆਪਣਾ ਸੋਚ ਸਮਝ ਕੇ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਜੀ। ਜਿਵੇਂ ਆ ਫਸਲ ਵੱਢ ਰਹੇ ਨੇ ਜੀ। ਤੇ ਅਗਲੀ ਬੀਜਣੀ ਆ, ਇਹਦੇ 'ਚ ਥੋੜ੍ਹੇ ਜਿਹੇ ਢਿੱਲਾਂ ਦੇ ਸਕਦੇ ਨੇ ਜੀ। ਤੇ ਉਸ ਤੋਂ ਜਦੋਂ ਵਿਹਲੇ ਹੋ ਕੇ ਫਿਰ ਸੰਘਰਸ਼ ਇਹਨਾਂ ਨੂੰ ਸੰਘਰਸ਼ ਤੇ ਲੰਬੇ ਸਮੇਂ 'ਚ ਲੜਨਾ ਪੈਣਾ। ਇਹਦੇ ਨਾਲ ਸੰਘਰਸ਼ ਕਮਜ਼ੋਰ ਨਹੀਂ ਹੋਏਗਾ ਕਿ ਕਦੇ ਛੱਡਤਾ ਕਦੇ ਸ਼ੁਰੂ ਕਰ ਇਹ ਲਿਆ? ਤਾਂ ਜਿਹੜੀ ਫਰੀडम ਸਟਰਗਲ ਦੇ ਵਿੱਚ ਇਦਾਂ ਹੀ ਚੱਲਦਾ ਸੀਗਾ। ਜੀ। ਗਾਂਧੀ ਨੂੰ ਲੱਗਦਾ ਹੈ ਜਦੋਂ ਹੁਣ ਕਮਜ਼ੋਰ ਆ, ਮੂਵਮੈਂਟ ਵਿਡਰਾ ਕਰ ਲੈਂਦਾ ਸੀ, 10 ਦਿਨਾਂ ਦੇ ਮਹੀਨੇ ਬਾਅਦ ਫਿਰ ਚਲਾ ਲੈਂਦਾ ਸੀਗਾ। ਸੋ ਇਸ ਕਰਕੇ ਸਾਨੂੰ ਬੜੀ ਸੋਚ ਸਮਝ ਕੇ ਕਿਸਾਨੀ ਨੂੰ ਕ੍ਰੀਏਟਿਵ ਤਰੀਕੇ ਦੇ ਨਾਲ ਸੰਘਰਸ਼ ਲੜਨੇ ਪੈਣਗੇ। ਔਰ ਪੰਜਾਬ ਤੋਂ ਬਾਹਰ ਹਰਿਆਣੇ 'ਚ ਤੇ ਚੱਲ ਹੀ ਰਿਹਾ, ਵੈਸਟ ਯੂਪੀ ਤੇ ਉੱਤਰਾਖੰਡ 'ਚ ਵੀ ਚੱਲ ਰਿਹਾ, ਬਾਕੀ ਸੂਬਿਆਂ 'ਚ ਵੀ ਕਿਸਾਨੀ ਨੂੰ ਜਾਗਰੂਕ ਕਰਕੇ ਨਾਲ ਲੈਣਾ ਪਏਗਾ। ਜਿੰਨੀ ਦੇਰ ਤੱਕ ਅਸੀਂ ਉਹਨਾਂ ਨੂੰ ਨਾਲ ਨਹੀਂ ਲੈਂਦੇ, ਇਕੱਲੇ ਪੰਜਾਬ ਦੇ ਛੋਟੇ ਪ੍ਰੈਸ਼ਰ ਨਾਲ ਇਹ ਕਾਨੂੰਨ ਵਾਪਸ ਨਹੀਂ ਹੋਣੇ। ਤੇ ਜੇ ਇਹ ਕਾਨੂੰਨ ਦੇ ਓਪੋਜ਼ਿਟ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਕਿ ਕਿਸਾਨ ਜੇ ਫਸਲੀ ਵਿਭਿੰਨਤਾ ਵੱਲ ਨੂੰ ਤੁਰ ਪੈਂਦੇ ਨੇ, ਜਿਵੇਂ ਤੁਸੀਂ ਪਹਿਲਾਂ ਵੀ ਆਪਾਂ ਚਰਚਾ ਕੀਤੀ ਤੁਹਾਡੀ ਮੈਂ ਸੁਣੀ ਕਿ ਆਟਾ ਦਾਲ ਸਕੀਮ ਜਿਵੇਂ ਸਰਕਾਰਾਂ ਬਾਹਰੋਂ ਲੈ ਕੇ ਦਾਲਾਂ ਇੱਥੇ ਪੰਜਾਬ ਦੇ ਵਿੱਚ ਵੇਚਦੀਆਂ ਨੇ ਜਾਂ ਲੋਕਾਂ ਨੂੰ ਦਿੰਦੀਆਂ ਨੇ, ਸਸਤੇ ਭਾਅ 'ਤੇ ਦਿੰਦੀਆਂ ਨੇ, ਜੇ ਉਹੋ ਜਿਹਾ ਸਿਸਟਮ ਪੰਜਾਬ ਦੇ ਵਿੱਚ ਦਾਲਾਂ ਹੋਣ ਲੱਗ ਜਾਣ ਤਾਂ ਉਹਦੇ ਵਿੱਚ ਕਿਸਾਨੀ ਦਾ ਭਲਾ ਕਿੱਦਾਂ, ਫਸਲੀ ਵਿਭਿੰਨਤਾ ਨਾਲ ਕਿੱਦਾਂ ਭਲਾ ਹੋ ਸਕਦਾ, ਕਿਸਾਨ ਕਿੱਦਾਂ ਪੈਰ ਸਿਰ ਆ ਸਕਦਾ? ਇਹਦੇ ਵਾਸਤੇ ਇੱਕ ਨਾ ਬੜੀ ਪਲਾਨਡ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਸੂਬਾ ਸਰਕਾਰ ਨੂੰ ਜੀ। ਤੇ ਉਹ ਬਣਾ ਨਹੀਂ ਰਹੇ ਕਿ ਪਲਾਨਿੰਗ ਤਾਂ ਖਤਮ ਹੋ ਗਈ ਹੁਣ ਜੀ। ਮੋਦੀ ਨੇ 14 ਚ ਆਉਂਦਿਆਂ ਪਹਿਲਾ ਕੰਮ ਕੀਤਾ, ਪਲਾਨਿੰਗ ਕਮਿਸ਼ਨ ਖਤਮ ਕਰਤਾ ਜੀ। ਤੇ ਸਾਡੇ ਵੀ ਪਲਾਨਿੰਗ ਡਿਪਾਰਟਮੈਂਟ ਡਿਫੰਕਟ ਪਏ ਨੇ ਜੀ। ਇਹ ਆਇਡੈਂਟੀਫਾਈ ਕੀਤਾ ਜਿਵੇਂ ਦਾਲਾਂ ਨੇ ਜੀ, ਪੰਜਾਬ ਮੇਰਾ ਖਿਆਲ 400-500 ਕਰੋੜ ਰੁਪਏ ਦੀ ਸਾਲਾਨਾ ਦਾਲ ਖਰੀਦਦਾ ਹੈ। ਤੇ ਉਹੀ ਦਾਲ ਕਿਸਾਨਾਂ ਤੋਂ ਖਰੀਦਣ ਲੱਗ ਜਾਂਦੇ, ਕਿਸਾਨਾਂ ਨੂੰ ਭਾਅ ਠੀਕ ਦੇਣ ਲੱਗ ਜਾਣ, ਕਿਸਾਨ ਦਾਲਾਂ ਵੱਲ ਨੂੰ ਹੋ ਜਾਣਗੇ। ਪੰਜਾਬ ਦਾ ਕਿਸਾਨ ਤਾਂ ਬਹੁਤ ਜਾਗਰੂਕ ਹੈ ਜੀ। ਸੋ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਏ ਜਾ ਸਕਦੇ ਨੇ ਔਰ ਕਿਸਾਨਾਂ ਨੂੰ ਇਨਵੋਲਵ ਕਰਕੇ। ਮੈਂ ਤੁਹਾਨੂੰ ਇੱਕ ਕਨਕਲੂਡਿੰਗ 'ਚ ਐਗਜ਼ਾਮਪਲ ਦੇਣੀ ਚਾਹੁੰਦਾ ਜੀ ਕਿ ਜਾਪਾਨ ਬਹੁਤ ਵਿਕਸਿਤ ਦੇਸ਼ ਹੈ, ਲੇਕਿਨ ਜਾਪਾਨ ਦੇ ਵਿੱਚ ਖੇਤੀ ਦਾ ਕੰਮ ਜਿਹੜਾ ਹੈ ਉਹ ਕਿਸਾਨਾਂ ਤੋਂ ਬਗੈਰ ਕੋਈ ਨਹੀਂ ਕਰ ਸਕਦਾ ਜੀ। ਕਿਸਾਨਾਂ ਦੇ ਕੋਆਪਰੇਟਿਵ ਬਣੇ ਨੇ, ਉਹੀ ਖੇਤੀ ਦੀ ਫਸਲਾਂ ਦੀ ਮੰਡੀਕਰਨ ਕਰਦੇ ਨੇ ਜੀ, ਉਹੀ ਪ੍ਰੋਸੈਸਿੰਗ ਕਰਦੇ ਨੇ, ਕੋਈ ਪ੍ਰਾਈਵੇਟ ਸੈਕਟਰ ਵਿੱਚ ਇਨਵੋਲਵ ਨਹੀਂ ਹੋ ਸਕਦਾ ਜੀ ਕਾਨੂੰਨੀ ਤੌਰ ਤੇ। ਤੇ ਉਹਨਾਂ ਨੂੰ ਗਵਰਨਮੈਂਟ ਮਦਦ ਦੇ ਕੇ ਸਾਰਾ ਕੰਮ ਕਰ ਰਹੀ ਹੈ। ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਜਾ ਸਕਦਾ ਪੰਜਾਬ 'ਚ ਵੀ। ਸਾਡੇ ਇੱਥੇ ਕੇਰਲਾ ਦੀ ਐਗਜ਼ਾਮਪਲ ਵੀ ਬਹੁਤ ਦਿੱਤੀ ਜਾਂਦੀ ਹੈ ਆਰਥਿਕ ਤੌਰ ਤੇ ਜਦੋਂ ਗੱਲ ਹੁੰਦੀ ਹੈ। ਕੇਰਲਾ ਦੇ ਵਿੱਚ ਖੇਤੀ ਦਾ ਰੋਲ ਬਹੁਤ ਘੱਟ ਹੈ ਜੀ। ਕੇਰਲਾ ਦੇ ਵਿੱਚ ਬਾਗਬਾਨੀ ਆ ਜ਼ਿਆਦਾ ਜੀ, ਉੱਥੇ ਨਾਰੀਅਲ ਦਾ ਜਾਂ ਮਸਾਲਿਆਂ ਦਾ ਕੰਮ ਹੈ ਜੀ। ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦਾ ਡਿਜ਼ਾਈਨ ਬਣਨਾ ਪਏਗਾ ਜੀ। ਉੱਥੇ ਸਿਰਫ ਗਰੁੱਪ ਕਲਟੀਵੇਸ਼ਨ ਹੈ, ਕੋਆਪਰੇਟਿਵ ਦੀ ਐਗਜ਼ਾਮਪਲ ਹੈ ਜੀ, ਉਹ ਅਸੀਂ ਉੱਥੋਂ ਲੈ ਸਕਦੇ ਹਾਂ ਜੀ। ਬਾਕੀ ਕਿੱਦਾਂ ਦਾ ਡਿਜ਼ਾਈਨ ਬਣਾਉਣਾ ਅਸੀਂ ਲੋਕਲ ਹਾਲਤਾਂ ਦੇ ਮੁਤਾਬਕ ਬਣਾ ਸਕਦੇ ਹਾਂ। ਆਰਥਿਕ ਸੰਕਟ ਕਿਸ ਤਰ੍ਹਾਂ ਦਾ ਪੰਜਾਬ ਨੂੰ ਝੱਲਣਾ ਪੈ ਸਕਦਾ ਖੇਤੀ ਦੇ ਨਾਲ? ਦੇਖੋ, ਜੇ ਖੇਤੀ ਦਾ ਇਹ ਸੰਕਟ ਵਧੇਗਾ ਜੀ ਤੇ ਖੇਤੀ 'ਚੋਂ ਕਿਸਾਨ ਤੇ ਖੇਤ ਮਜ਼ਦੂਰ ਬਹੁਤ ਬਾਹਰ ਜਾਣਗੇ ਜੀ, ਤਾਂ ਉਹ ਫਿਰ ਸ਼ਹਿਰਾਂ ਨੂੰ ਆਉਣਗੇ। ਸ਼ਹਿਰਾਂ 'ਚ ਗੰਦੀਆਂ ਬਸਤੀਆਂ 'ਚ ਰਹਿਣਾ ਪਏਗਾ, ਸ਼ਹਿਰਾਂ ਨੂੰ ਮੈਨੇਜ ਕਰਨਾ ਔਖਾ ਹੋ ਜਾਏਗਾ, ਰੁਜ਼ਗਾਰ ਮੰਗਣਗੇ, ਵਾਇਲੈਂਸ ਵਧੇਗੀ। ਕੁਝ ਲੋਕ ਜ਼ਮੀਨ ਵੇਚਣ ਤੋਂ ਬਾਅਦ ਜਦੋਂ ਬੇਰੁਜ਼ਗਾਰ ਹੋਣਗੇ, ਜਿਲਤ ਦੀ ਜ਼ਿੰਦਗੀ ਨਹੀਂ ਰਹਿਣਾ ਚਾਹੁੰਦੇ ਜੀ। ਤਾਂ ਸੋਸ਼ੀਓਲੋਜਿਸਟ ਕਹਿੰਦੇ ਨੇ ਕਿ ਜਦੋਂ ਆਰਥਿਕ ਸੰਕਟ ਵੱਧਦਾ ਹੈ ਤਾਂ ਉਹਦੇ ਨਾਲ ਸੁਸਾਈਡ ਵੀ ਵੱਧਦੇ ਨੇ ਤੇ ਉਦੋਂ ਵਾਇਲੈਂਸ ਵੀ ਵੱਧਦੀ ਹੈ। ਤੇ ਇਹ ਕਿਸੇ ਵੀ ਸੂਬੇ ਦੇ ਕਿਸੇ ਵੀ ਇਲਾਕੇ ਦੇ ਹਿੱਤ 'ਚ ਨਹੀਂ ਹੁੰਦੀ। ਜਿੱਥੇ ਵਾਇਲੈਂਸ ਹੋਏਗੀ ਉੱਥੋਂ ਕੈਪੀਟਲ ਵੀ ਭੱਜ ਜਾਏਗਾ, ਉੱਥੋਂ ਸਕਿਲਡ ਲੋਕ ਵੀ ਚਲੇ ਜਾਣਗੇ, ਇੰਟੈਲੈਕਚੁਅਲੀ ਉੱਥੋਂ ਭੱਜ ਜਾਣਗੇ। ਇੱਕ ਪੰਜਾਬ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਕਿ ਕਾਰਪੋਰੇਟ ਖੇਤੀ ਪੰਜਾਬ 'ਚ ਸ਼ੁਰੂ ਕਰ ਦਿੱਤੀ ਜਾਵੇ, ਜਿਹੜੀ ਮਾਫ ਕਰਨਾ ਸੁਸਾਇਟੀਆਂ ਬਣਾ ਕੇ ਜਿਹੜੀ ਖੇਤੀ ਸ਼ੁਰੂ ਕਰ ਦਿੱਤੀ ਜਾਵੇ, ਕਿਸਾਨਾਂ ਦੀਆਂ ਸੁਸਾਇਟੀਆਂ ਬਣ ਜਾਣ ਵੱਖ-ਵੱਖ ਤਰ੍ਹਾਂ, ਜਿਵੇਂ ਤੁਸੀਂ ਪਹਿਲਾਂ ਵੀ ਦੱਸ ਕੇ ਹਟਿਓ ਕਿ ਇਸ ਤਰ੍ਹਾਂ ਹੋਣਾ। ਨਵਜੋਤ ਸਿੱਧੂ ਵੀ ਇਹ ਵਿਚਾਰ ਦੇ ਚੁੱਕੇ ਨੇ, ਸਰਕਾਰ ਇਸ ਪਾਸੇ ਵੱਲ ਕਿਉਂ ਨਹੀਂ ਤੁਰਦੀ? ਇਸ ਕਰਕੇ ਹੈ ਕਿ ਸਰਕਾਰ ਕੋਲ ਇੱਕ ਨਾ ਤਾਂ ਡਿਜ਼ਾਈਨ ਹੈ, ਨਾ ਉਹਨਾਂ ਕੋਲ ਪੈਸੇ ਆ ਕਿ ਕੋਆਪਰੇਟਿਵਸ ਦੀ ਮਦਦ ਕਰ ਸਕਣ ਜੀ, ਉਹਨਾਂ ਦੀ ਟ੍ਰੇਨਿੰਗ ਕਰ ਸਕਣ। ਕਿਉਂਕਿ ਸੁਸਾਇਟੀਆਂ ਬਣਾਉਣਾ ਸੌਖਾ ਹੈ, ਉਹਨਾਂ ਨੂੰ ਚਲਾਉਣਾ ਬੜਾ ਡਿਫਿਕਲਟ ਹੈ ਜੀ। ਚਲਾਉਣ ਵਾਸਤੇ ਕਿਸਾਨਾਂ ਦੀ ਚੇਤਨਤਾ, ਉਹਦੇ ਜਿਹੜੇ ਕਰਿੰਦੇ ਨੇ, ਅਕਾਊਂਟ ਕਿਵੇਂ ਮੇਨਟੇਨ ਕਰਨੇ ਆ, ਮੰਡੀਆਂ ਨਾਲ ਕਿਵੇਂ ਵਾਹ ਵਾਸਤਾ ਰੱਖਣਾ ਹੈ, ਕੰਪਿਊਟਰ ਕਿਵੇਂ ਸਿੱਖਣਾ ਹੈ, ਕਿੱਥੇ ਕਿਹੜਾ ਮਾਲ ਵੇਚਣਾ ਹੈ, ਉਹਦੇ ਗੋਦਾਮ ਕਿਵੇਂ ਬਣਾਉਣੇ ਨੇ, ਕਰਜ਼ਾ ਕਿੱਥੋਂ ਸਸਤਾ ਮਿਲ ਸਕਦਾ ਹੈ, ਕਿੱਥੋਂ ਸਸਤਾ ਤੁਹਾਨੂੰ ਇਨਪੁੱਟ ਖਾਦ ਮਿਲ ਸਕਦੀ ਹੈ, ਉਹ ਸਾਰਾ ਜਿਹੜੀ ਟ੍ਰੇਨਿੰਗ ਵਾਸਤੇ ਇੱਕ ਵੱਡਾ ਸਿਸਟਮ ਚਾਹੀਦਾ ਹੈ। ਉਹ ਅਸੀਂ ਪਹਿਲਾਂ ਕੋਆਪਰੇਟ ਡਿਪਾਰਟਮੈਂਟ 'ਚ ਪੰਜਾਬ ਦਾ ਟ੍ਰੇਨਿੰਗ ਦਿੰਦਾ ਸੀਗਾ, ਉਹ ਹੌਲੀ ਹੌਲੀ ਬੰਦ ਹੋ ਗਿਆ ਆਰਥਿਕ ਸੰਕਟ ਕਰਕੇ, ਪੋਸਟਾਂ ਖਾਲੀ ਪਈਆਂ ਨੇ। ਤੋ ਜਿਹੜੀ ਉਹਦੇ ਨਾਲ ਬੇਰੁਜ਼ਗਾਰੀ ਵੀ ਦੂਰ ਹੋ ਸਕਦੀ ਹੈ ਜੇ ਸਰਕਾਰ ਚਾਹਵੇ ਤਾਂ, ਕਾਫੀ ਬੇਰੁਜ਼ਗਾਰੀ ਦੂਰ ਹੋਏਗੀ ਕਿਉਂਕਿ ਸਾਨੂੰ ਆਉਣ ਵਾਲੇ ਸਮੇਂ 'ਚ ਫਿਰ ਕੋਲਡ ਚੇਨ ਬਣਾਉਣੀਆਂ ਪੈਣਗੀਆਂ, ਉਹ 'ਚ ਕਾਫੀ ਰੁਜ਼ਗਾਰ ਪੈਦਾ ਹੋਏਗਾ ਜੀ। ਤੋ ਇਹ ਸੋਚਿਆ ਜਾ ਸਕਦਾ ਇਸ ਪਾਸੇ, ਔਰ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਨੂੰ ਤੇ ਕਿਸਾਨ ਦੋਵਾਂ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ ਜੀ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਉੱਘੇ ਅਰਥ ਵਿਗਿਆਨੀ ਡਾਕਟਰ ਸੁੱਚਾ ਸਿੰਘ ਗਿੱਲ। ਪੰਜਾਬ ਦੇ ਆਰਥਿਕ ਸੰਕਟ ਦੀ ਗੱਲ ਅਸੀਂ ਪਹਿਲਾਂ ਕੀਤੀ ਸੀ, ਇਸ ਇੰਟਰਵਿਊ ਦੇ ਵਿੱਚ ਪੰਜਾਬ ਦੇ ਖੇਤੀ ਸੰਕਟ ਬਾਰੇ ਗੱਲਬਾਤ ਕੀਤੀ ਹੈ। ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਉੱਪਰ ਲਿੰਕ ਦਿੱਤਾ ਹੋਇਆ ਹੈ, ਨੀਚੇ ਕਮੈਂਟ ਦੇ ਵਿੱਚ ਵੀ ਜਿਹੜਾ ਉਹ ਅਸੀਂ
ਪਿਨ ਟੂ ਟੌਪ ਕੀਤਾ ਹੋਇਆ ਹੈ ਉਸ ਇੰਟਰਵਿਊ ਦਾ ਲਿੰਕ, ਜਿਸ ਦੇ ਵਿੱਚ ਪੰਜਾਬ ਦੇ ਆਰਥਿਕ ਸੰਕਟ ਅਤੇ ਹੱਲ ਦੀ ਗੱਲ ਕੀਤੀ ਗਈ ਹੈ। ਇਸ ਇੰਟਰਵਿਊ 'ਚ ਅਸੀਂ ਖੇਤੀ ਸੰਕਟ ਅਤੇ ਉਸ ਦੀ ਹੱਲ ਦੀ ਗੱਲ ਕੀਤੀ ਹੈ। ਹੁਣ ਸਰਕਾਰਾਂ ਇਸ ਉੱਤੇ ਕੀ ਫੈਸਲੇ ਲੈਂਦੀਆਂ ਨੇ ਉਸ ਉੱਤੇ ਵੀ ਨਜ਼ਰ ਰਹੇਗੀ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।